ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉ ਮੈਂ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨ ਦਿਨ ਹਰ ਗੁਣ ਗਾਵਣਿਆ। ਰਹਾਉ। ਤਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇਕ ਕੂੜ ਲਾਗੇ ਕੂੜੇ ਫਲ ਪਾਏ, ਦੂਜੈ ਭਾਏ ਬਿਰਥਾ ਜਨਮ ਗਵਾਏ। ਆਪ ਡੁਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾਂ ਹਉ ਮੈਂ ਸੋਖੈ। ਸਿਧ ਸਾਧਿਕ ਮੋਨ ਧਾਰੀ ਰਹੇ ਲਿਵ ਲਾਏ, ਤਿਨ ਵੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੈ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਦਾ ਇਹ ਦੀਵਾਨ ਓਂਟਾਰੀਓ ਖਾਲਸਾ ਦਰਬਾਰ ਦੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਸੀਂ ਮੰਨ ਰਹੇ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਮਾਝ ਰਾਗ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸੰਦੇਸ਼ ਹੈ। ਸ਼ਬਦ ਆਪਨੇ ਸਰਵਨ ਕੀਤਾ, ਇਸ ਦੇ ਸ਼ੁਰੂਆਤੀ 4 ਪਦੇ ਵਿਚਾਰੇ ਨੇ, ਲਾਸਟ ਵਾਲੇ 4 ਪਦਿਆਂ ਦਾ ਪਾਠ ਆਪ ਜੀ ਦੇ ਸਾਹਮਣੇ ਹੁਣ ਦੁਹਰਾਇਆ ਗਿਆ। ਬਚਨ ਦੀ ਵਿਆਖਿਆ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰਾਂਗੇ। After that, the rest of the 4 stanzas we will try or attempt to understand as Guru Maharaj bless us. ਬਚਨ ਇਹ ਹੈ, ਹਉ ਵਾਰੀ ਜਿਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਗੁਰੂ ਅਮਰਦਾਸ ਸਾਹਿਬ ਆਪਣਾ ਆਪਾ ਵਾਰਦੇ, ਆਪਣਾ ਆਪਾ ਕੁਰਬਾਨ ਕਰਨ ਦੀ ਗੱਲ ਕਰਦੇ। ਕਿਹਨਾਂ ਤੋਂ? ਜੋ ਆਪ ਭਗਤ ਕਰਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਕਿਸੇ ਡਿਵੋਸ਼ਨਲ ਐਕਸਰਸਾਈਜ਼ 'ਚ ਲਗਾਇਆ ਹੈ। ਤੇ ਇਕੱਲਾ ਆਪ ਨਹੀਂ ਲਗਾਇਆ, ਬਲਕਿ ਦੂਸਰਿਆਂ ਵਾਸਤੇ ਇੰਸਪੀਰੇਸ਼ਨ ਬਣੇ ਨੇ, ਪ੍ਰੇਰਨਾ ਬਣੇ ਨੇ। ਅਵਰਾ ਭਗਤ ਕਰਾਵਣਿਆ। ਦੂਸਰੀ ਸਤਰ ਹੈ ਇਸ ਪਾਵਨ ਬੰਧ ਦੀ, ਤਿਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਨਮਸਕਾਰ ਕਿਸੇ ਨੂੰ ਰਿਸਪੈਕਟ ਪੇ ਕਰਨੇ। ਇਹੋ ਜਿਹੇ ਭਗਤਾਂ ਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਆਪ ਰਿਸਪੈਕਟ ਪੇ ਕਰਦਾ, ਮੈਂ ਨਮਸਕਾਰ ਕਰਦਾ ਹਾਂ। ਮਤਲਬ ਇਹ ਕਿ ਗੁਰਦੇਵ ਸਾਨੂੰ ਇਹ ਪ੍ਰੇਰ ਰਹੇ ਨੇ, ਭਗਤੀ ਦਾ ਰਾਹ ਆਪਣਾ ਬੰਦੇ। ਤੂੰ ਜੇ ਗੁਰੂ ਦਾ ਪਿਆਰ ਲੈਣਾ, ਗੁਰੂ ਦਾ ਸਨੇਹ ਲੈਣਾ, ਇਹ ਤੇ ਬਾਤ ਹੀ ਛੱਡ, ਗੁਰੂ ਤੇਰਾ ਸਤਿਕਾਰ ਕਰੇਗਾ। ਤੈਨੂੰ ਜਿਹੜਾ ਹੈਗਾ ਉਸ ਲੈਵਲ ਦੀ, ਹਾਇਰ ਲੈਵਲ ਦੀ ਰਿਸਪੈਕਟ ਗੁਰੂ ਪੇ ਕਰਨ ਲਈ ਤਿਆਰ ਆ। ਜੇ ਤੂੰ ਡਿਵੋਸ਼ਨਲ ਐਕਸਰਸਾਈਜ਼ ਵਾਸਤੇ, ਜੀਵਨ ਦੀ ਅਧਿਆਤਮੀ ਜੋ ਤਰਜ਼ੁਮਾਨੀ ਹੈ, ਤਰਜ਼ੇ ਜ਼ਿੰਦਗੀ ਹੈ, ਜੇ ਉਹਨੂੰ ਅਪਣਾਉਣ ਲਈ ਤੂੰ ਤਿਆਰ ਹੋ ਗਿਆ। ਤੇ ਇਸ ਕਰਕੇ ਸਾਹਿਬ ਕਹਿੰਦੇ ਕਿ ਜੋ ਇਸ ਰਾਹ ਤੇ ਤੁਰੇ, ਤਿਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ। ਜੋ ਅਨਦਿਨ ਹਰ ਗੁਣ ਗਾਵਣਿਆ, ਜੋ ਅਨਦਿਨ ਰਾਤ ਦਿਨ ਹਰੀ ਦਾ ਗੁਣਗਾਨ ਕਰਨ 'ਚ ਆਪਣੇ ਆਪ ਨੂੰ ਲਗਾਉਂਦੇ। ਰਹਾਓ। ਹੁਣ ਜੋ ਪਦਾ ਅਸੀਂ ਵਿਚਾਰਨਾ ਹੈ 5 ਨੰਬਰ ਬੰਦ ਤੋਂ ਵਿਚਾਰ, ਧਾਵਤ ਰਾਖੈ ਠਾਕ ਰਹਾਏ। ਧਾਵਤ ਹੁੰਦਾ ਨੱਠਣਾ ਭੱਜਣਾ,
ਤੇ ਇੱਥੇ ਗੱਲ ਹੋ ਰਹੀ ਹੈ ਮਨੁੱਖੀ ਮਨ ਦੀ, ਜਿਹਨੂੰ ਅਸੀਂ ਮਾਈਂਡ ਵਾਂਡਰਿੰਗ ਕਹਿੰਦੇ ਹਾਂ। ਇਹ ਧਾਵਤ ਨੱਠ ਭੱਜ ਰਿਹਾ। ਠਾਕ ਰਹਾਏ, ਠਾਕ ਕਹਿੰਦੇ ਨੇ ਰੋਕ, ਕਿਸੇ ਚੀਜ਼ ਦੇ ਉੱਤੇ ਉਸ ਚੀਜ਼ ਨੂੰ ਜਿਹੜਾ ਟਿਕਾ ਲੈਣਾ। ਹੁਣ ਮਨ ਦੀ ਅਵਸਥਾ ਇਹ ਹੈ ਕਿ ਮਨ ਭਟਕ ਰਿਹਾ ਹੈ ਤੇ ਇਹਨੂੰ ਰੋਕਣਾ ਆ। ਇਹੀ ਬੰਦੇ ਦੀ ਸਭ ਤੋਂ ਵੱਡੀ ਬੰਦੇ ਲਈ ਮੁਸ਼ਕਲ ਵੀ ਹੈ ਤੇ ਬੰਦੇ ਦੀ ਐਫਰਟ ਵੀ ਹੈ। ਗੁਰੂ ਬਾਬਾ ਜੀ ਬਿਆਨ ਕਰਦੇ ਭਗਤੀ ਦਾ ਮਤਲਬ ਇਹ ਹੈ ਇਹਨੂੰ ਰੋਕਣਾ। ਤੇ ਹੁਣ ਰੋਕਾਂਗੇ ਕਿਹਦੇ ਉੱਤੇ? ਦੇਖੋ, ਮਨ ਹੋਰ ਕੁਝ ਵੀ ਨਹੀਂ, ਵਿਚਾਰਾਂ ਦਾ ਇੱਕ ਐਸਾ ਸ਼ਗੁਫਤਾ, ਇੱਕ ਐਸੀ ਦੁਨੀਆ ਜਿਹਦੇ 'ਚ ਹਰ ਵਕਤ ਸੰਗਲੀਬੱਧ ਢੰਗ ਨਾਲ ਥਾਟਸ ਚੱਲਦੇ ਨੇ। ਦੈਟ ਇਜ਼ ਆਵਰ ਮਨ। ਹਰ ਵਕਤ ਰਾਵਾਂ, ਵਿਚਾਰ, ਖਿਆਲ ਲਗਾਤਾਰ ਮੁਸਲਸਲ ਚੱਲੀ ਜਾ ਰਿਹਾ। ਮੈਂ ਇਹਨੂੰ ਬਹੁਤ ਸਿੰਪਲ ਐਗਜ਼ਾਮਪਲ ਜੀ ਪਾ ਕੇ ਦੇਵਾਂ। ਸਪੋਜ਼ ਮੈਂ ਤੁਹਾਡੇ ਕਿਸੇ ਸਨੇਹੀ ਸੱਜਣ ਮਿੱਤਰ ਦੇ ਕਿਸੇ ਘਰੇ ਜਾਵਾਂ ਤੇ ਉੱਥੇ ਕੀ ਹੋਏ ਕਿ ਤੁਸੀਂ ਮੈਨੂੰ ਜੀ ਆਇਆਂ ਨੂੰ ਕਹੋ। ਤੁਸੀਂ ਕਹੋ ਕਿ ਭਾਈ ਸਾਹਿਬ ਕੀ ਕੁਝ ਸੇਵਾ ਕਰੀਏ, ਕੁਝ ਖਾਣ ਪੀਣ ਵਾਸਤੇ ਲਿਆਈਏ। ਮੈਂ ਕਹਾਂ ਹਾਂ, ਮੈਨੂੰ ਨਾ ਤੁਸੀਂ ਚਾਹ ਬਣਾ ਕੇ ਦਿਓ। ਠੀਕ ਹੈ, ਚਾਹ ਪੀ ਲੈਂਦੇ ਹਾਂ। ਭਾਈ ਸਾਹਿਬ ਠੀਕ ਹੈ। ਕਿਚਨ ਦੇ ਵਿੱਚ ਕੋਈ ਟੀ ਪ੍ਰੈਪਰੇਸ਼ਨ ਵਾਸਤੇ ਕੋਈ ਜਿਹੜਾ ਹੈਗਾ ਪਾਣੀ ਪਾ ਰਿਹਾ ਡੱਬੇ ਦੇ ਵਿੱਚ, ਚੁੱਲ੍ਹਾ ਬਾਲ ਰਿਹਾ, ਸਭ ਚੀਜ਼ਾਂ ਹੋ ਰਹੀਆਂ ਨੇ। ਅਜੇ ਸ਼ੁਰੂਆਤ ਵੀ ਨਹੀਂ ਹੋਈ ਚਾਹ ਬਣਾਉਣ ਦੀ। ਤੇ ਮੈਂ ਕਹਾਂ ਨਾ, ਮੈਂ ਤਾਂ ਨਹੀਂ ਚਾਹ ਪੀਣੀ, ਮੈਨੂੰ ਤੇ ਮੈਂ ਤਾਂ ਫਰੂਟ ਖਾਣਾ। ਤੁਸੀਂ ਉਹ ਗੱਲ ਹੀ ਕੁਛ ਨਹੀਂ ਭਾਈ ਸਾਹਿਬ, ਫਰੂਟ ਹੈਗਾ, ਲਿਆਓ ਜੀ ਫਰੂਟ। ਧੋਣਾ ਸ਼ੁਰੂ ਕਰਤਾ, ਕੁਛ ਨਾਈਫ ਵਗੈਰਾ ਲੈ ਕੇ ਕੱਟਣ ਲਈ ਪਲੇਟ ਵਗੈਰਾ ਲੈ ਆਂਦੀ। ਮੈਂ ਕਹਾਂ ਨਾ, ਮੈਂ ਤੇ ਖਾਣਾ। ਉਹ ਕਹਿੰਦੇ ਠੀਕ ਹੈ ਭਾਈ ਸਾਹਿਬ, ਕੋਈ ਨਾ, ਸਾਡੇ ਕੋਲ ਸਬਜ਼ੀ ਆਲਰੇਡੀ ਰੈਡੀ ਹੈ, ਪ੍ਰਸ਼ਾਦੇ ਲਾਣੇ ਨੇ, ਖਵਾ ਦੇਣੇ ਤੁਹਾਨੂੰ, ਗੱਲ ਹੀ ਕੁਛ ਨਹੀਂ ਹੈ। ਮੈਂ ਕਿਹਾ ਜੀ ਨਾ, ਮੈਨੂੰ ਤੇ ਬਾਹਰੋਂ ਲਿਆ ਕੇ ਦਿਓ ਖਾਣ ਵਾਸਤੇ। ਵਟ ਡੂ ਯੂ ਥਿੰਕ ਅਬਾਊਟ ਮੀ? ਓਨੈਸਟਲੀ ਕੀ ਕਹੋਗੇ ਮੇਰੇ ਬਾਰੇ? ਰਾਈਟ ਵੇ ਓਪਨਲੀ ਨਾ ਵੀ ਕਹਿ ਪਾਓਗੇ ਤੇ ਅੰਦਰ ਇਹ ਗੱਲ ਜ਼ਰੂਰ ਬਣ ਜਾਏਗੀ ਕਿ ਵਟ ਅ ਮੈਡ ਪਰਸਨ, ਕਿੰਨਾ ਪਾਗਲ ਆ। ਇਹ ਜਿਹੜੀ ਮੈਡਨੈਸ ਆ, ਵੀ ਆਰ ਆਲ ਕੈਰਿੰਗ ਆਲ ਦਾ ਟਾਈਮ। ਕਦੀ ਆਪਣੇ ਮਨ ਦੀ ਦੁਨੀਆ ਤੇ ਝਾਤ ਮਾਰ ਕੇ ਦੇਖਿਓ, ਕੋਈ ਇੱਕ ਥਾਟ ਪੂਰਾ ਹੋਣ ਦਿੰਦਾ? ਹੁਣ ਪਿੰਡ ਸੀ, ਅਜੇ ਉਹ ਗੱਲ ਮੁੱਕੀ ਨਹੀਂ, ਘਰ ਪਹੁੰਚ ਗਿਆ, ਘਰ ਸੀ, ਗੁਰਦੁਆਰਾ ਸਾਹਿਬ ਆ ਗਿਆ, ਅਜੇ ਇੱਥੇ ਸੀ, ਫਿਰ ਕੰਮ ਤੇ ਚਲਾ ਗਿਆ, ਇੱਕ ਵੀ ਥਾਟ। ਦੈਟ ਇਜ਼ ਮੈਡਨੈਸ। ਇਹ ਹੈ ਤਾਵਤ, ਇਹ ਹੈ ਵਾਂਡਰਿੰਗ। ਇਹ ਜਿਹੜੀ ਤੇ ਇੱਥੇ ਹੀ ਸਾਡੀ ਫਿਰ ਕੰਸਨਟ੍ਰੇਸ਼ਨ ਅਸੀਂ ਜਿਹੜੀ ਹੈ ਅਸੀਂ ਆਪਣੀ ਲੂਜ਼ ਕਰ ਜਾਂਦੇ ਹਾਂ। ਅੱਜ ਦੇ ਹਾਲਾਤ ਵਿੱਚ ਇਹ ਹੈ, ਬੱਚਾ ਓਨੈਸਟ ਲੈਵਲ ਤੇ ਪੜ੍ਹਨਾ ਚਾਹੁੰਦਾ ਹੈ, ਬੁੱਕ ਪਕੜੀਏ, ਕੰਪਿਊਟਰ ਦੀ ਸਕਰੀਨ ਖੋਲੀਏ, ਉਹ ਕੰਮ ਕਰਨ ਲੱਗਾ, ਕੰਮ ਕਰਨ ਲੱਗਿਆ ਅਜੇ ਉਸਨੇ ਸਪੋਜ਼ ਕਰੋ ਕੋਈ ਰੀਡਿੰਗ ਕਰਨੀ ਹੈ, ਇੱਕ ਲਾਈਨ ਪੜ੍ਹੀਏ, ਮਨ 'ਚ ਥਾਟ ਪੌਪ ਅਪ ਹੋਇਆ, ਕਿਸੇ ਦੋਸਤ ਦੀ ਗੱਲ ਯਾਦ ਆ ਗਈ, ਤੀਸਰੀ, ਚੌਥੀ, ਪੰਜਵੀਂ, 2-3 ਮਿੰਟਾਂ ਬਾਅਦ ਉਹਨੂੰ ਖੁਦ ਨੂੰ ਪਤਾ ਲੱਗਾ, ਓ ਮਾਈ ਗॉश, I have wasted last 5 minutes with mind wandering. That is mind wandering. ਇਹ ਹੈ ਧਾਵਤ, ਨੱਠ ਰਿਹਾ, ਭੱਜ ਰਿਹਾ। ਇਹਦੇ ਉੱਤੇ ਭਗਤੀ ਦਾ ਪਹਿਲਾ ਰੰਗ ਹੀ ਇਹ ਹੈ, ਇਹਦੇ ਤੇ ਐਮਫਸਾਈਜ਼ ਕਰਨਾ ਹੈ, ਇਹਦੇ ਤੇ ਫੋਕਸ ਕਰਨਾ ਹੈ। ਬਕੌਲ ਮਸਕੀਨ ਜੀ ਮੈਂ ਕੁਝ ਗੱਲਾਂ ਅਕਸਰ ਕਰਦਾ ਹੁੰਨਾ। ਉਹ ਕਹਿੰਦੇ ਹੁੰਦੇ ਸੀ ਕਈ ਵਾਰੀ ਅਸੀਂ ਨਾ ਬੜੀਆਂ ਹਾਸੋਹੀਣੀਆਂ ਗੱਲਾਂ ਕਰਦੇ ਹਾਂ। ਲੋਕ ਕਹਿਣਗੇ ਭਾਈ ਦੇਖ, ਮਨ ਜੋੜ ਕੇ ਪਾਠ ਕਰਿਆ ਕਰ। ਉਹ ਕਹਿੰਦੇ ਜਿਹੜਾ ਮਨ ਜੁੜ ਗਿਆ ਉਹ ਤੇ ਆਪਣੇ ਆਪ ਵਿੱਚ ਹੀ ਪਾਠ ਹੋ ਗਿਆ। ਪਾਠ ਕਰ ਤਾਂ ਕਿ ਮਨ ਜੁੜੇ, ਮਨ ਜੋੜ ਕੇ ਪਾਠ। ਉਹ ਭਲੇ ਬੰਦੇ, ਮਨ ਜੋੜਨਾ ਤਾਂ ਹੀ ਤੇ ਪਾਠ ਕਰਨਾ। ਪੀਪਲ ਸਮਟਾਈਮਸ ਸੇ ਗੁਰਦੁਆਰੇ ਨਾ ਬਹੁਤ ਸਾਫ਼ ਮਨ ਨਾਲ ਜਾਣਾ ਚਾਹੀਦਾ। ਉਹ ਕਹਿੰਦੇ ਸਟਰੋਂਗ ਸਟੇਟਮੈਂਟ। ਗੁਰਦੁਆਰੇ ਜਿਹੜਾ ਮਨ ਆਲਰੇਡੀ ਸਾਫ਼ ਆ, ਉਹ ਤੇ ਮਨ ਮੰਦਰ ਤਨਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਉਹ ਤੇ ਇਸ ਹਾਲਤ 'ਚ ਆ ਚੁੱਕਾ ਹੈ। ਗੁਰਦੁਆਰੇ ਜਾ ਤਾਂ ਕਿ ਮਨ ਸਾਫ਼ ਹੋਏ। ਇਹ ਹੈ। ਕਈ ਵਾਰ ਚੀਜ਼ਾਂ ਤੁਸੀਂ ਜੀਵਨ 'ਚ ਬਹੁਤ ਐਸਾ ਕੁਛ ਲਰਨ ਕਰਦੇ ਹੋ। ਮੈਨੂੰ ਯਾਦ ਆ ਬਹੁਤ ਸਾਲ ਪਹਿਲਾਂ ਦੀ ਗੱਲ, ਦੈਟ ਟਾਈਮ ਆਈ ਜਸਟ started my traveling all over the globe and I was in UK। ਬਹੁਤ ਵੱਡੇ ਗੁਰਦੁਆਰਾ ਸਾਹਿਬ ਨੇ ਸਾਊਥ ਹਾਲ ਦੇ ਵਿੱਚ, ਪਾਰਕ ਐਵਨਿਊ। ਮੈਂ ਪਹਿਲੀ ਵਾਰੀ ਗਿਆ ਸੀਗਾ ਉੱਥੇ ਉਦੋਂ।
ਤੇ ਜਿਵੇਂ ਸਾਡੇ ਪਾਲਕੀ ਸਾਹਿਬ ਹੈਗੇ ਨੇ ਇੱਥੇ ਮਹਾਰਾਜ ਸਰੂਪੀੜਾ ਸਾਹਿਬ, ਤੇ ਇਹਦੇ ਪਿੱਛੇ ਉੱਥੇ ਕੁਝ ਟੈਬਸ ਲੱਗੀਆਂ ਨੇ, 2 ਲੱਗੀਆਂ ਸ਼ਾਇਦ। ਤੇ ਉਹ ਮੈਂ ਪਿੱਛੇ ਬੈਠਾ ਸੀਗਾ, ਸਿੰਘ ਜਿਹੜਾ ਹੈਗਾ ਜਦੋਂ ਦੇਗ ਵਰਤਾਈ ਸਮਾਪਤੀ ਮੈਨੂੰ ਦੇਗ ਦੇ ਗਿਆ, ਮੈਂ ਦੇਗ ਛਕ ਲਈ, ਛਕ ਕੇ ਤੇ ਉੱਠਿਆ, ਤੇ ਉੱਠ ਕੇ ਮੈਂ ਬਾਹਰ ਜਾਣ ਲੱਗਾ, ਤੇ ਮੈਂ ਉੱਥੇ ਜਿਹੜੀ ਟੈਬ ਸੀਗੀ ਤੇ ਮੈਂ ਉੱਥੇ ਹੱਥ ਧੋਣ ਲੱਗਾ, ਇੱਕ ਬਜ਼ੁਰਗ ਦੂਰੋਂ ਭੱਜ ਕੇ ਆਇਆ, ਓਹ ਪੈਸਾ 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 ਪੈਸਾ। ਇਸ ਤੋਂ ਪਹਿਲਾਂ ਮੈਂ ਟੈਬ ਚਲਾ ਲਈ, ਮੈਂ ਹੱਥ ਧੋਣ ਲੱਗਾ, ਮੈਂ ਕਿਹਾ ਕੀ ਹੋਇਆ? ਕਹਿਣ ਲੱਗੇ ਨਹੀਂ ਨਹੀਂ ਝੂਠੇ ਹੱਥ ਨਹੀਂ ਧੋਣੇ ਇੱਥੇ। ਮੈਂ ਕਿਹਾ ਓਕੇ। ਸੰਗਤ ਦੇ ਕੁਝ ਜੀ ਸੀਗੇ, ਆਈ ਵਾਜ਼ ਲਿਟਲ ਬਿਟ ਐਕਚੁਅਲੀ ਆਈ ਕੈਨ ਸੇ ਅਵੇਅਰ ਅਬਾਊਟ ਦੈਟ। ਮੈਂ ਕਿਹਾ ਠੀਕ ਹੈ। ਮੈਂ ਥੋੜਾ ਬਾਹਰ ਆਇਆ, ਮੈਂ ਬੁਲਾਇਆ ਕੋਲ, ਮੈਂ ਕਿਹਾ ਬਜ਼ੁਰਗ ਉਰੇ ਆਓ। ਮੈਂ ਕਿਹਾ ਥਿੰਕ ਅਬਾਊਟ ਵਟ ਯੂ ਆਰ ਸੇਇੰਗ ਟੂ ਮੀ, ਸੋਚੋ ਜਰਾ ਕੀ ਕਹਿ ਰਹੇ ਸੀ ਮੈਨੂੰ। ਕਹਿੰਦੇ ਅਸੀਂ ਕਹਿ ਰਹੇ ਸੀ ਝੂਠੇ ਹੱਥ ਨਹੀਂ ਧੋਣੇ। ਉਹ ਮੈਂ ਕਦੀ ਸੁੱਚੇ ਹੱਥ ਵੀ ਧੋਣ ਦੀ ਲੋੜ ਪੈਂਦੀ ਹੈ? ਦੱਸੋ, ਹੱਦ ਹੋ ਗਈ। ਇਹ ਵੀ ਕੋਈ ਕਮਾਲ ਆ, ਤੁਹਾਨੂੰ ਅਹਿਸਾਸ ਨਹੀਂ ਇਸ ਗੱਲ ਦਾ? ਹੁਣ ਉਹਨੂੰ ਮੇਰੀ ਗੱਲ ਸਮਝ ਨਾ ਆਵੇ ਵੀ ਕੀ ਕਹਿ ਰਿਹਾ। ਹੁਣ ਗੱਲ ਇਹ ਹੈ ਕਿ ਧਾਵਤ ਰੱਖ ਹੈ, ਟਕਾ ਠਹਿਰਾ, ਇਹ ਬੰਦੇ ਨੂੰ ਚਾਹੀਦਾ ਆ। ਬੰਦਾ ਕਹਿੰਦਾ ਜੀ ਮੇਰਾ ਤਾਂ ਮਨ ਹੀ ਬੜਾ ਭਟਕਦਾ, ਇਸ ਕਰਕੇ ਮੇਰੇ ਤੋਂ ਪਾਠ ਨਹੀਂ ਹੁੰਦਾ। ਉਹ ਭਲੇ ਬੰਦੇ ਤਾਂ ਹੀ ਤੇ ਕਰਨਾ ਆ। ਮੈਂ ਤੇ ਗੁਰਦੁਆਰਾ ਸਾਹਿਬ ਬਹਿਣ ਦਾ ਫਾਇਦਾ ਹੀ ਕੋਈ ਨਹੀਂ, ਜੇ ਮਨ ਤੇ ਬਹਿੰਦਾ ਹੀ ਨਹੀਂ ਉੱਥੇ, ਉਹ ਭਾਈ ਤਾਂ ਹੀ ਤੇ ਬਹਿਣਾ ਆ। ਦੈਟ ਇਜ਼ ਯੂਰ ਮੇਨ ਨੀਡ, ਦੈਟਸ ਵਾਈ ਯੂ ਹੈਵ ਟੂ ਐਕਸਰਸਾਈਜ਼ ਇਟ, ਦੈਟ ਇਜ਼ ਭਗਤੀ। ਇਹ ਰੂਪ ਆ, ਇਹਦੇ ਚ ਭਜਨ ਆ। ਅੱਜ ਲਿਟਰਲੀ ਤੌਰ ਤੇ ਮਾਈਂਡਫੁਲਨੈਸ ਦੇ ਕੋਰਸਿਸ ਕਰਾਉਂਦੀਆਂ ਨੇ ਯੂਨੀਵਰਸਿਟੀਜ਼, ਇੰਸਟੀਟਿਊਸ਼ਨਸ, ਐਕੈਡੈਮਿਕ ਲੈਵਲ ਤੇ ਕਰਾਏ ਜਾਂਦੇ ਨੇ। ਉਹਨਾਂ 'ਚ ਕਿਹਾ ਜਾਂਦਾ ਹੈ ਕੁਝ ਵਰਡਸ ਨੂੰ ਜਸਟ ਚੈਂਟ ਕਰੋ, ਜਸਟ ਰੈਪੀਟੀਸ਼ਨ ਵਿੱਚ ਇਹਨਾਂ ਨੂੰ ਅਲਾਪੋ, ਫਿਰ ਉਹਨਾਂ ਦੇ ਮਾਇਨੇ ਸਮਝੋ ਕੀ ਨੇ ਉਹਦੇ ਪਿੱਛੇ। ਇਹੀ ਤੇ ਬਾਣੀ ਦੀ ਐਕਸਰਸਾਈਜ਼ ਆ। ਇਹਨੂੰ ਗੁਰੂ ਸਾਹਿਬ ਨੇ ਕਿਹਾ ਧਾਵਤ ਰੱਖ ਹੈ। ਹੋਰ ਕਿਵੇਂ ਧਾਵਤ ਰੱਖਾਂਗੇ? ਹੋਰ ਤਾਂ ਕੋਈ ਤਰੀਕਾ ਹੀ ਨਹੀਂ। ਤੁਸੀਂ ਸ਼ਬਦ ਪੜ੍ਹੋ, ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ, ਬਿਲਕੁਲ ਬੇਸਿਕ ਬਾਣੀ 'ਚ ਆ ਜਾਓ। ਬਾਬਾ ਜੀ ਨੇ ਕਿਹਾ ਸਿੱਖ ਜੀ ਮੈਂ ਤੇਰੇ ਹਿੱਸੇ ਕੁਝ ਕੰਮ ਦੇਣ ਲੱਗਾ, ਆ ਕੰਮ ਕਰਨਾ ਹੈ ਤੂੰ। ਬਾਬਾ ਜੀ ਕੀ ਹੁਕਮ ਹੈ? ਹੁਕਮ ਇਹ ਹੈ ਅੰਮ੍ਰਿਤ ਵੇਲਾ, ਜਦੋਂ ਜਿਹੜੀ ਪੋਹ ਫਟਦੀ ਹੈ, ਸਵੇਰ ਦਾ ਸਮਾਂ, ਜਦੋਂ ਦਿਨ ਚੜ੍ਹਿਆ, ਜਦੋਂ ਸੂਰਜ ਨੇ ਆਪਣੀ ਰੌਸ਼ਨੀ ਦੀਆਂ ਕਿਰਨਾਂ ਤੇਰੇ ਹਿੱਸੇ ਵਾਲੀ ਧਰਤੀ ਤੇ ਫੈਲਾਣੀਆਂ ਸ਼ੁਰੂ ਕੀਤੀਆਂ ਨੇ, ਉਸ ਵਕਤ ਸੂਰਜ ਤੇ ਚੜ੍ਹਿਆ ਹੀ ਹੁੰਦਾ ਹਰ ਵਕਤ, ਮੇਰੇ ਹਿੱਸੇ 'ਚ ਰੌਸ਼ਨੀ ਜਦੋਂ ਫੈਲਾਣ ਲਈ ਆਉਂਦਾ ਹੈ, ਉਦੋਂ ਗੱਲ ਕਰ ਲਈ ਜਾ। ਕਿਆ ਅੰਮ੍ਰਿਤ ਵੇਲਾ ਜੀ ਬਾਬਾ ਜੀ, ਇੱਕ ਕੰਮ ਹੈ ਤੇਰੇ ਹਿੱਸੇ ਦਾ। ਕੀ ਹੈ ਜੀ? ਅੰਮ੍ਰਿਤ ਵੇਲਾ ਸੱਚ ਨਾਉ। ਝੂਠੇ ਨਾਮ ਤੇ ਸਵੇਰ ਤੋਂ ਸ਼ਾਮ ਤੱਕ ਬੜੇ ਨੇ। ਮੇਰਾ ਨਾਮ ਵੀ ਝੂਠਾ ਹੈ, ਮੇਰੇ ਪਰਿਵਾਰ ਦਾ ਨਾਮ ਵੀ ਝੂਠਾ ਹੈ। ਝੂਠਾ ਇਸ ਕਰਕੇ ਹੈ ਕਿਉਂਕਿ ਇੱਕ ਦਿਨ ਮੈਂ ਵੀ ਮੁੱਕ ਜਾਣਾ, ਉਹਨਾਂ ਨੇ ਵੀ ਮੁੱਕ ਜਾਣਾ। ਐਵਰੀਥਿੰਗ ਇਜ਼ ਗੋਣਾ ਐਲੀਮੀਨੇਟਡ, ਦੈਟ ਇਜ਼ ਦ ਰਿਐਲਿਟੀ। ਸੋ ਇਸ ਕਰਕੇ ਸਵੇਰੇ ਉੱਠਦਿਆਂ ਨਾਲ ਮੈਂ ਆਪਣਾ ਗੁਣਗਾਨ ਕਰਨ ਲੱਗ ਜਾਂ, ਆਪਣੇ ਪਰਿਵਾਰ ਦਾ, ਆਪਣੇ ਆਲੇ ਦੁਆਲੇ ਦਾ, ਇਹ ਤੇ ਹੁੰਦਾ ਹੀ ਰਹਿਣਾ ਸਾਰਾ ਦਿਨ। ਹੁਣ ਕੁਝ ਸੱਚ ਦਾ ਨਾਮ ਲੈਂਦੇ ਆ ਜਿਹੜਾ ਰਹਿਣ ਵਾਲਾ, ਓੰਕਾਰ, ਜਿਹੜਾ ਆਦ ਸੱਚ ਵੀ ਹੈ, ਜੁਗਾਦ ਸੱਚ ਵੀ ਹੈ, ਜਿਹੜਾ ਹੈ ਵੀ ਸੱਚ ਹੈ, ਜਿਹੜਾ ਹੋਏਗਾ ਵੀ ਸੱਚ ਉਸ ਰੂਪ ਦੇ। ਸੋ ਆਓ ਆਪਾਂ ਸੱਚ ਦਾ ਨਾਮ ਲਈਏ। ਠੀਕ ਹੈ ਬਾਬਾ ਜੀ, ਇਹ ਹਿੱਸੇ ਮੇਰੇ ਆ ਗਿਆ। ਤੁਸੀਂ ਕਿਹਾ ਇਹ ਐਕਸਰਸਾਈਜ਼ ਕਰਨੀ, ਦੈਟ ਇਜ਼ ਫਸਟ ਸਟੈਪ ਟੂਵਰਡ ਦਾ ਡਿਵੋਸ਼ਨਲ ਐਕਸਰਸਾਈਜ਼। ਅੰਮ੍ਰਿਤ ਵੇਲਾ ਸੱਚ ਨਾਉ। ਬਟ ਬਾਬਾ ਜੀ ਅਗੇਨ ਮਾਈ ਡਾਇਲੇਮਾ ਔਰ ਮਾਈ ਐਕਚੁਅਲੀ ਡੁਐਲਿਟੀ ਵੁੱਡ ਬੀ how do I know that this is such ਨਾਮ? ਬਾਬਾ ਜੀ ਨੂੰ ਦੀ ਫਿਰ ਅੱਗੇ ਫਰਦਰ ਐਕਸਪਲੇਨੇਸ਼ਨ ਕੀਤੀ ਕਿ ਆਓ ਸੱਚ ਨਾਮ ਹੋਰ ਕੁਝ ਨਹੀਂ, ਵਡਿਆਈ ਵਿਚਾਰ, ਵੱਡੇ ਦੀ ਵਿਚਾਰ, ਜਿਹਦੇ ਚ ਵੱਡੇ ਦਾ ਖਿਆਲ ਆ। ਆਸਾ ਕੀ ਵਾਰ ਪੜੋ, ਜਦੋਂ ਸਮਾਪਨ ਹੁੰਦਾ ਤੇ ਅਸੀਂ ਕੀ ਪੜ੍ਹਦੇ? ਬਾਬਾ ਜੀ ਕਹਿੰਦੇ ਸਾਰਾ ਪਾਠ, ਇਹ ਸਾਰੀ ਜਿਹੜੀ ਹੈ ਜੋ ਰਿਸਾਈਟ ਕੀਤਾ ਗਿਆ ਸਾਰੇ ਦਾ ਸਾਰਾ, ਇਹਦਾ ਪਰਪਸ ਇੱਕ ਹੀ ਸੀਗਾ, ਵੱਡੇ ਕੀਆਂ ਵਡਿਆਈਆਂ। ਤੇ ਸੱਚ ਇਹ ਹੈ ਬਾਬਾ ਜੀ ਕਹਿੰਦੇ ਅਸੀਂ ਸਾਰੀਆਂ ਨਹੀਂ ਕਰਤੀਆਂ। ਅਸੀਂ ਇਹ ਨਹੀਂ ਅਸੀਂ ਵੱਡੇ ਨੂੰ ਬਿਲਕੁਲ ਬਿਆਨ ਕਰਤਾ, ਵੱਡੇ ਦੀ ਤਾਰੀਫ ਦਾ ਅੰਤ ਪਾਤਾ, ਵੱਡੇ ਨੂੰ ਅਸੀਂ ਵਡਿਆ ਕੇ ਕਹਿਤਾ, ਵੱਡਿਆ ਲੈ ਤੇਰੀ ਵਡਿਆਈ ਪੂਰੀ ਹੋ ਗਈ। ਬਾਬਾ ਜੀ ਕਹਿੰਦੇ ਮੈਂ ਕੌਣ ਹੁੰਦਾ ਆ? ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਹਾਂ ਇਹ ਤੇ ਇਸ ਕਰਕੇ ਹੈ ਕਿ ਉਹ ਵੱਡੇ ਨੂੰ ਵੱਡਾ ਕਹਿੰਦਿਆਂ ਵੱਡਾ ਮੰਨਦਿਆਂ, ਵੱਡਾ ਸੋਚਦਿਆਂ, ਆ ਜਿਹੜਾ ਅਦਨਾ ਜਿਹਾ ਮਨ ਤੋਪ ਬਣ ਕੇ ਤੁਰਿਆ ਫਿਰਦਾ ਨਾ, ਕਿਸੇ ਦੀ ਗੱਲ ਨਹੀਂ ਸੁਣਦਾ, ਹੰਕਾਰ ਵਿੱਚ ਹਰ ਵਕਤ ਖੀਵਾ ਰਹਿੰਦਾ ਤੇ ਸੋਚਦਾ ਮੈਂ ਤੇ ਬਸ ਮੈਂ ਹੀ ਆ। ਇਹਨੂੰ ਕੁਝ ਸਮਝ ਆਵੇ, ਇਹਨੂੰ ਅਹਿਸਾਸ ਹੋਏ ਮੈਨੂੰ ਕੁਝ ਸਿੱਖਣ ਦੀ ਲੋੜ ਆ, ਮੈਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ। ਇਹ ਹੈ ਮਨ ਨੂੰ ਠਾਕ ਰਹਾਣਾ।
ਆਪਣੇ ਆਪ ਦੇ ਉੱਤੇ ਫੋਕਸ ਕਰ ਸਕਣਾ, ਆਪਣੀ ਔਕਾਤ ਵਿੱਚ ਰਹਿ ਸਕਣਾ, ਆਪਣੇ ਆਪ ਨੂੰ ਜ਼ਹਿਨੀ ਤੌਰ ਤੇ ਇਹ ਸੋਚ ਸਕਣਾ ਮੇਰਾ ਮਕਸਦ ਕੀ ਹੈ ਇਸ ਕਾਇਨਾਤ ਵਿੱਚ, ਇਹਨਾਂ ਤੱਤਾਂ ਦੇ ਨਾਲ ਜੁੜਨ ਦਾ। ਇਹ ਰੂਪ ਸਾਨੂੰ ਸਮਝ ਆ ਜੇ, ਇਹ ਹੈ ਸਾਡੀ ਸਿੱਖਿਆ। ਇਸ ਕਰਕੇ ਵੱਡੇ ਦੀਆਂ ਵਡਿਆਈਆਂ, ਸਤੁਤੀਆਂ, ਵਿਚਾਰਾਂ, ਤਾਰੀਫਾਂ, ਉਹਨਾਂ ਦੇ ਨਾਲ ਆਪਣੇ ਆਪ ਨੂੰ ਅੰਗੇਜ ਕਰਨਾ, ਇਹ ਠਾਕ ਰਹਾਣ ਦੀ ਇੱਕ ਤਰੀਕੇਕਾਰਤਾ ਗੁਰੂ ਬਾਬਾ ਜੀ ਨੇ ਸਾਨੂੰ ਦਿੱਤੀ ਹੈ। ਕਿਆ ਧਾਵਤ ਰੱਖ ਹੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਪਰਮ ਪਦਵੀ ਬੰਦੇ ਦੀ ਇਹ ਜੇ ਸਮਝ ਆ ਜਾਏ ਥੋੜੀ ਬਹੁਤ ਬੰਦੇ ਨੂੰ, ਸਪੋਜ਼ ਕਰੋ ਸਾਨੂੰ ਕੋਈ ਮਾਣ ਦਿੰਦਾ, ਅਸੀਂ ਹੰਕਾਰ ਜਾਂਦੇ ਤੇ ਹੁੰਦਾ ਇਹ ਕੁਝ ਇਹੋ ਜਿਹਾ ਕੰਮ ਕਰ ਬੈਠਦੇ, ਉਹ ਮਾਣ ਟੁੱਟ ਜਾਂਦਾ। ਫਿਰ ਗੁੱਸਾ ਚੜਦਾ, ਫਿਰ ਲੱਗਦਾ ਹੱਦ ਹੋ ਗਈ, ਮੇਰੀ ਹੋਂਦ, ਮੈਨੂੰ ਇਹ ਬਾਤ ਹੋਈ ਇਸ ਰੂਪ ਵਿੱਚ। ਭਾਈ ਗੱਲ ਇਹ ਹੈ ਕਿਉਂਕਿ ਅਹੰਕਾਰ ਚ ਆ ਗਿਆ। ਜੇ ਹੁੰਦਾ ਕਿ ਇਹ ਤੇ ਕਰਤੇ ਦੀ ਵਡਿਆਈ ਹੈ, ਦੇਣ ਵਾਲਾ ਵੀ ਉਹ ਹੈ, ਕਰਨ ਵਾਲਾ ਵੀ ਉਹ ਹੈ, ਕਰਾਉਣ ਵਾਲਾ ਵੀ ਉਹ ਹੈ, ਮੈਂ ਕੌਣ ਹੁੰਨਾ। ਅਸੀਂ ਲਿਟਰਲੀ ਤੌਰ ਤੇ ਸ਼ਬਦ ਪੜ੍ਹਦੇ ਹਾਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਵੀ ਦਾਤਾ ਤੇਰੀ ਦੁਨੀਆ ਆ ਸਾਰੀ, ਮੈਨੂੰ ਥੋੜਾ ਜਿਹਾ ਰੋਲ ਪਲੇ ਕਰਨ ਵਾਸਤੇ ਮਿਲਿਆ, ਮੈਂ ਉਹਦੇ ਵਾਸਤੇ ਤੇਰਾ ਸ਼ੁਕਰਗੁਜ਼ਾਰ ਹਾਂ। ਇੱਥੇ ਮਹਾਰਾਜ ਨੇ ਬਿਆਨ ਕੀਤਾ ਗੁਰ ਪ੍ਰਸਾਦੀ, ਇਹ ਗੁਰੂ ਕਾ ਪ੍ਰਸਾਦ ਹੈ। ਲਿਟਰਲੀ ਤੌਰ ਤੇ ਸਾਨੂੰ ਜਦੋਂ ਪ੍ਰਸਾਦ ਮਿਲਦਾ ਹੈ, ਆਪ ਅਹਿਸਾਸ ਕਰੋ, ਅਸੀਂ ਹਾਲਾਂਕਿ ਡਿਊ ਟੂ COVID-19 ਵੀ ਹੈਵ ਐਕਚੁਅਲੀ ਚੇਂਜਡ ਆਵਰ ਸਮ ਪ੍ਰੋਟੋਕੋਲਸ ਹੇਅਰ ਐਂਡ ਹੋਪ, ਅਰਦਾਸ ਇਹ ਕਰਦੇ ਹਾਂ ਵਾਹਿਗੁਰੂ ਇਸ ਵਬਾ ਤੋਂ ਮਨੁੱਖਤਾ ਨੂੰ ਬਾਹਰ ਕੱਢੇ, ਅਸੀਂ ਗੁਰਮਤਿ ਦੀ ਸਹੀ ਐਕਸਰਸਾਈਜ਼ ਵਿੱਚ ਵਾਪਸ ਆਈਏ ਦੁਬਾਰਾ। ਵੈਸੇ ਪ੍ਰਸ਼ਾਦ ਲੈਣ ਦਾ ਤਰੀਕਾ ਇਹ ਹੁੰਦਾ, ਦੇਗ ਲੈਣੀ ਹੋਏ ਹੱਥ ਜੋੜਨੇ ਹੁੰਦੇ ਨੇ, ਇਸ ਤਰੀਕੇ ਨਾਲ ਨੀਵਾਂ ਹੋਣਾ ਹੁੰਦਾ। ਪ੍ਰਸਾਦ ਦਾ ਮਤਲਬ ਇਹ ਹੁੰਦਾ, ਪ੍ਰਸਾਦ ਕਦੀ ਇਹ ਨਹੀਂ ਬੰਦਾ ਕਹੇਗਾ ਲੈ ਪ੍ਰਸਾਦ ਦੇ ਦੇ। ਜੇ ਗੁਰਦੁਆਰੇ ਦੀ ਮਰਿਆਦਾ ਦਾ ਥੋੜਾ ਜਿਹਾ ਵੀ ਪਤਾ ਆ ਤਾਂ ਅਗਲਾ ਬੰਦਾ ਕਹੇਗਾ ਕੀ ਕਹਿ ਰਿਹਾ ਤੂੰ, ਪ੍ਰਸ਼ਾਦ ਮੰਗ ਰਿਹਾ, ਕੋਈ ਚੀਜ਼ ਨਹੀਂ ਮੰਗ ਰਿਹਾ। ਐਵੇਂ ਨਹੀਂ ਮਿਲਦਾ ਪ੍ਰਸ਼ਾਦ। ਕਿਵੇਂ ਮਿਲਦਾ? ਐਵੇਂ ਮਿਲਦਾ। ਯੂ ਹੈਵ ਟੂ ਐਕਚੁਅਲੀ ਹੈਵ ਦਿਸ ਟਾਈਪ ਆਫ ਗੈਸਚਰ। ਤੇ ਕੱਲਾ ਇਹ ਨਹੀਂਗਾ, ਨੀਵਾਂ ਹੋਣਾ ਪੈਂਦਾ। ਸੋ ਇਹ ਰੂਪ ਜਿਹੜਾ ਆ, ਜਿਵੇਂ ਮਨੁੱਖੀ ਮਨ ਦੇ ਵਿੱਚ ਆਪਣੇ ਆਪ ਦੇ ਵਿੱਚ ਕੁਝ ਸਿੱਖਣ ਦੀ ਐਬਿਲਿਟੀ ਆਵੇ, ਆਪਣੇ ਆਪ ਨੂੰ ਛੋਟਾ ਕਰਕੇ ਕਰਤਾਰ ਦੀ ਵਡਿਆਈ ਲੈਣ ਗ੍ਰਹਿਣ ਕਰਨ ਦੀ ਜਾਚ ਆਵੇ, ਸਮਝੋ ਗੁਰਪ੍ਰਸਾਦ ਹੋ ਰਿਹਾ। ਸਾਹਿਬ ਕਹਿੰਦੇ ਗੁਰਪ੍ਰਸਾਦ ਪਰਮ ਪਦ ਪਾਏ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਨਿਵੇਂ ਸੋ ਗੌਰਾ ਹੋਏ, ਉੱਚਾ ਹੋ ਜਾਂਦਾ। ਮਤਲਬ ਜੇ ਆਪਾਂ ਤਕੜੀ ਤੋਲਦੇ ਆ ਤੇ ਜਿਹੜਾ ਪਾਸਾ ਬਹੁਤ ਨੀਵਾਂ ਹੋਏ, ਦੈਟ ਮੀਨ ਵੇਟ ਉਹਦੇ 'ਚ ਆ, ਵਜਨ ਉਹਦੇ 'ਚ ਆ, ਉਹ ਉੱਚਾ ਆ। ਜਿਹੜਾ ਉੱਚਾ ਆ ਉਹ ਖਾਲੀ ਹੈ। ਸੋ ਇਸ ਕਰਕੇ ਬਿਆਨ ਕੀਤਾ ਗਿਆ ਗੁਰ ਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ। ਪਰ ਇਹ ਵੀ ਇਹ ਹੈ ਵੀ ਮਾਲਕ ਸਾਡੇ ਵਾਸਤਾ ਹੁੰਦਾ ਤੇ ਅਸੀਂ ਕਰ ਕਰਾ ਲੈਂਦੇ। ਮਾਲਕ ਕਿ ਤੂੰ ਹੀ ਸਾਨੂੰ ਤੌਫੀਕੀਅਤ ਦੇਣੀ ਹੈ, ਤੂੰ ਹੀ ਰਾਹ ਵਿਖਾਉਣਾ ਹੈ, ਤੂੰ ਹੀ ਰੌਸ਼ਨੀ ਦੇਣੀ ਹੈ। ਸੋ ਇਹ ਬਚਨ ਹੈ ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਪ੍ਰੀਤਮ ਜਿਹੜਾ ਪ੍ਰੀਤ ਦੀ ਬਹੁਤ ਵੱਡੀ ਇੱਕ ਆਭਾ ਰੱਖਦਾ ਹੈ, ਉਹ ਪ੍ਰੀਤਮ ਆ। ਜੀਵਨ ਪਿਆਰ ਵਿੱਚੋਂ ਉਮਗਦਾ ਹੈ, ਪਿਆਰ ਨਾਲ ਚੱਲਦਾ ਹੈ ਤੇ ਪਿਆਰ ਵਿੱਚ ਹੀ ਇਹ ਪੂਰਾ ਹੁੰਦਾ ਆ। ਜਿੱਥੇ ਬੰਦੇ ਦੇ ਜੀਵਨ ਵਿੱਚ ਪਿਆਰ ਦੀ ਕਮੀ ਆਉਂਦੀ ਹੈ, ਉੱਥੇ ਹੀ ਸਭ ਤਰ੍ਹਾਂ ਦੀਆਂ ਅਲਾਮਤਾਂ ਆ ਜਾਂਦੀਆਂ ਨੇ। ਤੇ ਪਿਆਰ ਦਾ ਅਸਲ ਸੋਰਸ ਹੋਰ ਕੁਝ ਨਹੀਂ, ਰੱਬ ਦਾ ਨਾਮ ਹੈ। ਉਹਦੀ ਬਾਤ ਸਾਹਿਬ ਨੇ ਕੀਤੀ। ਦੂਸਰਾ ਬਚਨ ਆ ਜਾਈਏ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜਾ ਭਾਏ ਬਿਰਥਾ ਜਨਮ ਗਵਾਏ। ਇੱਕ ਕੂੜ ਲਾਗੇ, ਕੂੜ ਹੁਣ ਲੱਗਣਾ ਕੁਛ ਵੀ ਨਹੀਂ। ਕੂੜ ਦਾ ਲੱਗਣਾ ਇਹਨੂੰ ਸਮਝ ਲਓ ਕਿ ਇੱਕ ਮਨ ਦੀ ਝੂਠੀ ਦੁਨੀਆ ਦੇ ਵਿੱਚ, ਕੁਚੱਜ ਦੀ ਦੁਨੀਆ 'ਚ, ਕੁਸੱਤ ਦੀ ਦੁਨੀਆ 'ਚ, ਉਹਦੇ 'ਚ ਗਵਾਚੇ ਰਹਿਣਾ। ਮਨ ਸਵੇਰ ਤੋਂ ਸ਼ਾਮ ਤੱਕ ਬੁਰਾ ਸੋਚਦਾ, ਬੁਰੀਆਂ ਗੱਲਾਂ ਤੇ ਐਮਫਸਾਈਜ਼ ਕਰਦਾ, ਉਹੋ ਜਿਹੀ ਚੀਜ਼ਾਂ ਪੜ੍ਹਦਾ, ਉਹੋ ਜਿਹੀਆਂ ਸੁਣਦਾ। ਅਲਟੀਮੇਟਲੀ ਬਰਬਾਦੀ ਤੋਂ ਬਿਨਾਂ ਹੋਰ ਕੀ ਮਿਲੇਗਾ, ਤਬਾਹੀ ਤੋਂ ਬਿਨਾਂ ਹੋਰ ਕੀ ਮਿਲੇਗਾ। ਅਗਜ਼ੇਨ ਐਗਜ਼ਾਮਪਲਸ ਕਈ ਵਾਰੀ ਰੈਪੀਟੀਸ਼ਨ ਵਿੱਚ ਵੀ ਆ ਜਾਂਦੀਆਂ ਨੇ, ਪਰ ਮੈਂ ਛੋਟੀ ਜਿਹੀ ਬੇਨਤੀ ਕਰਾਂ। ਸਾਡੇ ਇੱਥੇ ਇੱਕ ਬੱਚਾ ਸੀਗਾ ਤੇ ਲਾਈਫ ਸਾਇੰਸਿਸ ਦਾ ਵਿਦਿਆਰਥੀ ਸੀ, ਇੱਥੇ ਵੈਸਟਰਨ ਯੂਨੀਵਰਸਿਟੀ ਪੜ੍ਹਦਾ। ਪੇਰੈਂਟਸ ਦੋਨੋਂ ਵੈਲ ਐਜੂਕੇਟਿਡ ਐਂਡ ਪ੍ਰੋਫੈਸ਼ਨਲਸ। ਪ੍ਰੋਫੈਸਰਸ ਦੇ ਨਾਲ ਬੜੀ ਸਾਂਝ ਉਹਨਾਂ ਦੀ, ਜਿੱਥੇ ਪੜ੍ਹਦਾ ਬੱਚਾ ਅਕਸਰ ਜਾਂਦੇ ਮਿਲਦੇ। ਮਤਲਬ ਇੱਕ ਤਰ੍ਹਾਂ ਦੀ ਉਹਨਾਂ ਨੇ ਜਿਹਨੂੰ ਕਹਿ ਲਓ ਕਿ ਇੱਕ ਉਹਨਾਂ ਦੇ ਨਾਲ ਨੈਟਵਰਕਿੰਗ ਬਿਲਡ ਕੀਤੀ ਸੀ, ਕਿ ਇੱਕ ਇੰਟਰੈਕਸ਼ਨ ਬਣਾਈ ਬੜੀ ਖੂਬਸੂਰਤ। ਇੱਕ ਵਾਰ ਪ੍ਰੋਫੈਸਰ ਨੇ ਬੁਲਾਇਆ ਤਾਂ ਉਹਨੇ ਕਿਹਾ ਕਿ ਆਈ ਥਿੰਕ ਯੂਰ ਕਿਡ ਨੀਡਸ ਕਾਉਂਸਲਰ। ਉਹ ਕਹਿੰਦੇ ਕੀ ਹੋਇਆ? ਕਹਿੰਦੇ ਹੋਇਆ ਕੁਛ ਨਹੀਂ, ਸਮ ਸੋਰਟ ਆਫ
attitude I am actually witnessing in him, which is going to lead his life toward the wrong actually choices. उन्हें क्या प्रोफैसर कह रहे गल वड्डी है, उन्हें भी थोड़ा गलबात की लगा उन्होंने, उन्हें इधर उधर 2-4 प्रोफैशनल्स के नाल गलबात की, कुछ खास गल नहीं बनी। मेरे बारे भी जानते सी थोड़ा बहुता, किसी ने रैफर भी किया होएगा। खैर वो बच्चा मेरे को आया, मैं गलबात कर लगा उहदे नाल, गल्लां बातां होईयां, आम ऑर्डीनरी टॉक होई। कहते नहीं कहना कुछ नहीं, इसनूं असीं ये नहीं चाहुंदे कि इहनूं कोई महसूस होए, पर आपां इहनूं थोड़ा कुरेदना है। प्रोफैसर एवें गल कह रहे, समथिंग इज़ एक्चुअली फिशी देयर। मैं कहा ठीक है, गलबात की। तो गलबात के दौरान की होया कि मैं उन्होंने पूछा, मैं क्या व्हाट डू यू वांट टू बी? कहंदा भी आई वांट टू बी जिहड़े हुंदे ने हार्ट स्पैशलिस्ट, कार्डियोलॉजिस्ट। मैं क्या ओके, मैं दैट मीन and at the same time because you are in Western University and definitely you have to write ਜਿਹੜਾ MCAT ਹੁੰਦਾ ਆ, and that time ਉਹ ਕੋਈ ਪਾਲਿਸੀ ਐਸੀ ਕਿ ਯੂਨੀਵਰਸਿਟੀ ਆਪਣੇ ਸਟੂਡੈਂਟ ਨੂੰ ਪ੍ਰੈਫਰੈਂਸ ਦਿੰਦੀ ਸੀਗੀ, ਤੇ ਤੈਨੂੰ ਪ੍ਰੈਫਰੈਂਸ ਹੋਏਗੀ, you gonna get accepted in medical college। ਕਹਿੰਦਾ no, who wants to study in Canada? I want to go states। ਮੈਂ ਕਿਹਾ states ਤੇ ਜਾਏਗਾ ਤੈਨੂੰ ਪਤਾ ਜ਼ਿਆਦਾ ਫੀਸ ਪੇ ਕਰਨੀ ਪਏਗੀ। ਸਾਡੀਆਂ ਐਵੇਂ ਦੀਆਂ ਗੱਲਾਂ ਹੋ ਰਹੀਆਂ, ਆਰਡੀਨਰੀ ਗੱਲਾਂ। ਉਹ ਕਹਿੰਦੇ yes I know we have to pay extra money to finish my education over there, but at the same time I can make more money in states। oh ठीक है, 2-4 ਗੱਲਾਂ ਹੋਰ ਹੋਈਆਂ ਤੇ ਬੜੇ ਉਹ ਜਿਹੜਾ ਆ ਲਾਈਟ ਨੋਟ ਦੇ ਉੱਤੇ ਮੈਨੂੰ ਕੀ ਕਹਿੰਦਾ ਵੀ ਆਈ ਹੈਵ ਆਲਰੇਡੀ ਮਾਈ ਮਾਈਂਡ ਸੈਟ ਵਟ, ਜਦੋਂ ਮੇਰੇ ਕੋਲ ਪੇਸ਼ੈਂਟਸ ਆਉਣਗੇ ਫਸਟ ਆਈ ਐਮ ਗੋਨਾ ਗਿਵ ਦੈਮ ਅ ਰੋਂਗ ਮੈਡੀਸਨ, ਕਿਉਂਕਿ ਮੈਂ ਤਾਂ ਮਨੀ ਬਣਾਉਣੀ ਹੈ, ਮੈਂ ਤਾਂ ਨਾ ਖਰਚਾ ਕਰਨਾ ਆ। ਪਹਿਲਾਂ ਰੋਂਗ ਮੈਡੀਸਨ ਦੇਵਾਂਗਾ, ਉਹ ਜਦੋਂ ਹੋਰ ਬਿਮਾਰ ਹੋ ਜਾਣਗੇ, ਸਿੱਕ ਹੋਣਗੇ, ਫਿਰ ਉਹਨਾਂ ਨੂੰ ਸਹੀ ਮੈਡੀਸਨ ਦੇਵਾਂਗਾ। ਦੈਟ ਵੇ ਆਮ ਗੋਨਾ ਮੇਕ ਲੋਟ ਆਫ ਮਨੀ। ਮੈਂ ਹੱਸ ਪਿਆ, ਮੈਂ ਕਿਹਾ ਯੂ ਨੋ ਇਫ ਯੂ ਐਕਚੁਅਲੀ ਗੈਟ ਮਾਈ ਸਜੈਸ਼ਨ then I'm suggesting you leave this field. You're not actually, you don't belong from this field at all। And second thing ਉਹ ਇਹ ਕਿ ਕੱਲ ਨੂੰ ਜੇਲ੍ਹ 'ਚ ਜਾਏਗਾ, ਕੱਲ ਨੂੰ ਕੋਈ ਪੇਸ਼ੈਂਟ ਮਰ ਜਾਏਗਾ, ਕੁਛ ਹੋ ਜਾਏਗਾ, ਜੇਲ੍ਹ ਜਾਏਗਾ, ਸਾਰਾ ਕੁਝ ਤੱਕ ਉਹ ਸਾਰੇ ਸਜ਼ਾ ਭੁਗਤੇਗਾ, ਉਹ ਚੰਗਾ ਹੁਣੀ ਛੱਡ ਦੇ, ਇੰਨੀ ਮਿਹਨਤ ਕਰਕੇ ਜੋ ਜੇਲ੍ਹ ਜਾਏਗਾ। ਉਹਨੂੰ ਬਾਤ ਪਹਿਲਾਂ ਸਮਝ ਨਹੀਂ ਲੱਗੀ ਮੇਰੀ ਵੀ ਇਹ ਗੱਲ ਕੀ ਕਹਿ ਰਿਹਾ। ਐਕਚੁਅਲ ਲੈਵਲ ਤੇ ਜਿਹੜੇ ਸਾਡੇ ਜਿਹੜੀ ਬਾਤ ਆ ਰਹੀ ਨਾ, ਕੂੜ ਲਾਗੇ ਗੱਲਾਂ ਹੀ ਹੁੰਦੀਆਂ ਨੇ, ਸ਼ਬਦ ਹੀ ਹੁੰਦੇ ਨੇ, ਅਲਫਾਜ਼ ਹੀ ਹੁੰਦੇ ਨੇ, ਅੰਦਰ ਦੀਆਂ ਸੋਚਾਂ ਹੀ ਹੁੰਦੀਆਂ ਨੇ, ਇਹ ਕੂੜ ਹੁੰਦੀਆਂ ਨੇ। ਜਦੋਂ ਮਨ ਕੂੜ 'ਚ ਲੱਗ ਗਿਆ, ਜਦੋਂ ਮਨ ਨੇ ਇਹੋ ਜਿਹੀਆਂ ਗੱਲਾਂ ਨੂੰ ਅਟਰੈਕਟ ਕਰਨਾ ਸ਼ੁਰੂ ਕਰ ਦਿੱਤਾ, ਇਹੋ ਜਿਹੀਆਂ ਗੱਲਾਂ ਵਾਲੇ ਪਾਸੇ ਵਧਣਾ ਸ਼ੁਰੂ ਹੋ ਗਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ। ਬਾਬਾ ਜੀ ਕਹਿੰਦੇ ਬਸ ਫਿਰ ਚਿੰਤਾ ਨਾ ਕਰੋ, ਮਤਲਬ ਜੇ ਕੂੜ ਬੀਜ ਰਹੇ ਹੋ, ਬੀਜਣਾ ਮਨ ਦੀ ਦੁਨੀਆ 'ਚ ਨਾ, ਖਿਆਲ ਬੀਜ ਰਿਹਾ ਮੈਂ, ਤੇ ਅਲਟੀਮੇਟਲੀ ਇਹ ਖਿਆਲ ਮੇਰੇ ਲਫ਼ਜ਼ ਬਣ ਗਏ, ਜਿਵੇਂ ਉਹਨੇ ਵਰਡ ਸਟੇਟਮੈਂਟ ਦੇਤੀ ਮੇਰੇ ਸਾਹਮਣੇ। ਹੁਣ ਇਸ ਤੋਂ ਬਾਅਦ ਕੀ ਹੋਏਗਾ, ਉਹ ਜਿੱਥੇ ਕਿਤੇ ਮੌਕਾ ਬਣੇਗਾ ਐਕਸ਼ਨਸ ਬਣਨਗੇ, ਉਹ ਫਿਰ ਉਹਦੇ 'ਚੋਂ ਸਿੱਟੇ ਪੈਦਾ ਹੋਣਗੇ। ਇਹੀ ਤਰੀਕਾ ਆ, ਕੁਦਰਤ ਦਾ ਨਿਯਮ ਹੈ ਨਾ। ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਮਹਾਰਾਜ ਜੀ ਦੇ ਕਿ ਕੁਝ ਲੋਕ ਐਸੇ ਨੇ ਜਿਹੜੇ ਹਰੀ ਨੂੰ ਬੀਜਦੇ ਨੇ, ਜਿਨ ਹਰ ਜਿਹੜਾ ਹੈਗਾ ਉਸ ਲੈਵਲ ਤੇ ਉਸ ਨੂੰ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਓ ਕੇਲ ਕੇ ਲਾਲੇ। ਜਿਨ ਹਰ ਜਪਿਆ, ਜਪਣ ਦਾ ਮਤਲਬ ਬੀਜ ਬੀਜਣੇ, ਸੋਇੰਗ ਇਹ ਲੈ ਲਓ। ਹੁਣ ਇਹ ਥੋੜਾ ਵੀ ਆਪਾਂ ਬੀਜ ਸਰੋਂ ਰਹੇ ਆ ਤੇ ਵੱਢਾਂਗੇ ਕਣਕ, ਨੋ ਵੇ। ਆਪਾਂ ਜੇ ਝੋਨਾ ਬੀਜਿਆ ਤੇ ਡੈਫੀਨੇਟਲੀ ਬਾਜਰਾ ਥੋੜਾ ਵੱਢਾਂਗੇ, ਫਿਰ ਝੋਨਾ ਹੀ ਵੱਢਾਂਗੇ। ਜਿਹੜੀ ਚੀਜ਼ ਸੁਰਤ 'ਚ ਆ ਰਹੀ ਹੈ, ਕੂੜ ਆ ਰਿਹਾ, ਉਸ ਕੂੜ ਦੇ ਵਿੱਚ ਕਿਸੇ ਦਾ ਮਾੜਾ ਕਰਨ ਦੀ ਖਾਸ਼ ਪੈਦਾ ਹੋ ਰਹੀ ਹੈ, ਕਿਸੇ ਦਾ ਨਜਾਇਜ਼ ਫਾਇਦਾ ਚੁੱਕਣ ਦੀ ਖਾਸ਼ ਪੈਦਾ ਹੋ ਰਹੀ ਹੈ, ਝੂਠ ਬੋਲਣ ਦੀ ਖਾਸ਼ ਪੈਦਾ ਹੋ ਰਹੀ ਹੈ। ਸਮਝੋ ਹੁਣੇ ਹੀ ਕੰਮ ਕਰਨ ਦੀ ਲੋੜ ਹੈ। ਬਾਣੀ ਇਸੇ ਕਰਕੇ ਪੜ੍ਹ, ਸਵੇਰੇ ਉੱਠ ਕੇ ਬਾਣੀ ਪੜ੍ਹੇਗਾ ਤੇ ਬਾਣੀ ਕਹਿੰਦੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਥੋੜੀ ਜਿਹੀ ਅੰਡਰਸਟੈਂਡਿੰਗ ਹੋਏ, ਕੂੜ ਦੀ ਪਾਲ ਤੋੜਨੀ ਹੈ। ਤੇ ਮੈਂ ਤੇ ਕੂੜ ਬੋਲਣ ਤੋਂ ਹੀ ਨਹੀਂ ਪਰਹੇਜ਼ ਕਰਦਾ, ਝੂਠ ਹੀ ਬੋਲੀ ਜਾਣਾ ਸਵੇਰ ਤੋਂ ਸ਼ਾਮ ਤੱਕ। ਦਿਸ ਇਜ਼ ਨਾਟ ਗੁੱਡ। ਮੈਂ ਤੇ ਇੱਕ ਫੇਕ ਜ਼ਿੰਦਗੀ ਨੂੰ ਤਰਜੀਹ ਦੇ ਰਿਹਾ, ਇਹ ਤੇ ਠੀਕ ਨਹੀਂ ਹੈਗਾ। ਸਭ ਕਹਿੰਦੇ ਸਮਝ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਦੂਜੇ ਪਾਏ, ਜੀਵਨ ਦੇ ਦੋ ਹੀ ਰਾਹ ਨੇ, ਇੱਕ ਸਹੀ ਤੇ ਇੱਕ ਗਲਤ, ਇੱਕ ਚੰਗਾ ਤੇ ਇੱਕ ਬੁਰਾ, ਇੱਕ ਜਿਹੜਾ ਸਹੀ ਡਾਇਰੈਕਸ਼ਨ ਨੂੰ ਜਾ ਰਿਹਾ ਹੈ, ਇੱਕ ਜਿਹੜੀਆਂ ਰੋਂਗ ਚੋਇਸਸ ਨੂੰ ਜਾ ਰਿਹਾ। ਸਭ ਕਹਿੰਦੇ ਦੂਜੇ ਪਾਏ, ਜਿਹਨੂੰ ਗਲਤ ਰਾਹ ਪਾ ਗਿਆ ਉਸ ਪਾਸੇ ਨੂੰ ਫੋਲੋ ਕਰ ਲਿਆ, ਜਿਹਨੇ ਕਿਹਾ ਮਾੜੇ ਰਾਹ ਦੇ ਉੱਤੇ ਮੈਂ ਆਪਣੇ ਆਪ ਨੂੰ ਤੋਰਨਾ ਹੈ। ਦੂਜੇ ਪਾਏ ਬਿਰਥਾ ਜਨਮ ਗਵਾਏ। ਬਿਰਥਾ ਜਨਮ ਜੀਵਨ એનર્ਜੀ ਹੈ,
ਹੁਣ ਮੈਂ ਜਿਵੇਂ ਬਾਤ ਜੇ ਹੁਣੇ ਬੱਚੇ ਦੀ ਕੀਤੀ, ਇੱਕ ਬੱਚਾ ਜੇਲ੍ਹ ਜਾਂਦਾ ਹੈ, ਇੱਕ ਐਗਜ਼ਾਮਪਲ ਲੈ ਲਵਾਂ, ਸੌਰੀ ਟੂ ਸੇ, ਕਿਉਂਕਿ ਮੇਰਾ ਲੰਬਾ ਸਮਾਂ ਹੋ ਗਿਆ ਅਫੈਂਡਰਸ ਦੇ ਨਾਲ ਕੰਮ ਕਰਦਿਆਂ, ਇਨਮੇਟਸ ਜਿਹਨੂੰ ਕਹਿੰਦੇ ਅਸੀਂ ਆਪਣੀ ਲੈਂਗੁਏਜ ਦੇ ਵਿੱਚ। ਹੁਣ ਮੈਨੂੰ ਇਹ ਤਾਂ ਲੱਗਦਾ ਵੀ ਇਹਦੀ ਉਮਰ ਹੈ, ਇਹ ਆਇਆ ਸੀਗਾ ਜੇਲ੍ਹ ਦੇ ਵਿੱਚ 21 ਸਾਲ ਦਾ, ਲਾਈਫਰ ਹੈਗਾ, ਇਹਨੂੰ ਹੁਣ ਜੇਲ੍ਹ ਦੇ ਵਿੱਚ ਹੋ ਗਏ 20 ਸਾਲ, ਸੋ ਇਹ ਹੋ ਗਿਆ 41 ਸਾਲ ਦਾ। ਅਜੇ ਇਹਦੀ ਕੋਈ ਪਰੋਲ ਦੀ ਕੋਈ ਚਾਂਸਿਸ ਨਹੀਂ ਬਣ ਰਹੇ। ਕੋਈ ਬੰਦਾ ਕਹੇਗਾ ਜ਼ਿੰਦਗੀ ਵੇਸਟ ਹੋ ਗਈ, ਐਟਲੀਸਟ 20 ਸਾਲ ਤੇ ਵੇਸਟ ਹੋ ਗਏ ਨਾ। ਇਕੱਲੇ 20 ਸਾਲ ਕਿਉਂ ਵੇਸਟ ਹੋਏ? ਜਿਹੜੇ ਮਾਂ-ਬਾਪ ਦੀ ਲਾਈਫ ਵੇਸਟ ਹੋਈ, ਜਿਹੜੀ ਮਾਂ ਦਾ ਉਹ ਸਾਰੇ ਦਾ ਸਾਰਾ ਪੀੜਾ ਕਸ਼ਟ ਸਹਾਰਨ ਤੋਂ ਲੈ ਕੇ ਲਾਲਨ ਪਾਲਨ ਕਰਨ ਤੱਕ ਉਹ 20 ਸਾਲ ਦਾ ਸਾਰਾ ਸਮਾਂ ਉਹ ਕਿੱਧਰ ਗਿਆ? ਹੋਰ ਜਨਮ, ਵੇਸਟੇਜ ਆਫ ਲਾਈਫ ਕਿਹਨੂੰ ਕਹਿੰਦੇ ਆ ਅਸੀਂ? ਇੱਥੇ ਓਵਰਡੋਜ਼ ਨਾਲ ਬੱਚੇ ਮਰਦੇ, ਯੰਗ ਲੋਕ ਮਰਦੇ। ਸਾਡੇ ਇੱਥੇ ਵੀ ਹੈਗਾ ਬਹੁਤ ਵੱਡਾ ਨੰਬਰ, ਪਰ ਵੈਨਕੂਵਰ ਸਾਈਡ, BC ਸਾਈਡ ਬਹੁਤ ਜ਼ਿਆਦਾ ਹੈ। ਜਦੋਂ ਬੰਦਾ ਸੁਣਦਾ ਆ ਇੱਕ 22 ਸਾਲ ਦਾ ਯੰਗ ਬੱਚਾ ਓਵਰਡੋਜ਼ ਹੋ ਕੇ ਮਰ ਗਿਆ, 20 ਸਾਲ ਦਾ, 21 ਸਾਲ ਦਾ, 25 ਸਾਲ ਦਾ, ਵੇਸਟੇਜ ਆਫ ਲਾਈਫ। ਇਹ ਉਸ ਫੈਮਿਲੀ ਦਾ ਐਸੈਟ ਸੀਗਾ, ਉਸ ਫੈਮਿਲੀ ਦੀ ਇਨਵੈਸਟਮੈਂਟ ਸੀਗੀ, ਸੁਸਾਇਟੀ ਦਾ ਐਸੈਟ ਸੀਗਾ, ਸੁਸਾਇਟੀ ਦੀ ਇਨਵੈਸਟਮੈਂਟ ਸੀਗੀ। ਇਹ ਹੈ ਗੁਰੂ ਬਾਬਾ ਜੀ ਕਹਿੰਦੇ ਕੂੜ ਤੇ ਪ੍ਰਭਾਵ ਹੇਠ ਰਹਿਣ ਵਾਲੇ ਲੋਕ ਜੀਵਨ ਬੇਅਰਥ ਕਰ ਦਿੰਦੇ, ਆਪਣਾ ਹੀ ਨਹੀਂ ਦੂਜਿਆਂ ਦਾ ਵੀ ਕਰ ਦਿੰਦੇ। ਬੇਅਰਥ ਹੋ ਗਿਆ, ਬੇਮਾਨੀ ਹੋ ਗਿਆ। ਮਹਾਰਾਜ ਕਹਿੰਦੇ ਦੂਜੇ ਭਾਏ ਬਿਰਥਾ ਜਨਮ ਗਵਾਏ, ਜੀਵਨ ਹੀ ਬੇਅਰਥ, એનર્ਜੀ ਹੀ ਸਾਰੀ। ਹਾਲਾਂਕਿ ਆਈਡੀਅਲ ਸਾਡੇ ਲਈ ਤੇ ਇਹ ਹੈ, ਗੁਰਬਾਣੀ ਦੀ ਆਭਾ 'ਚ ਬੈਠੇ ਹਾਂ, ਆਈਡੀਅਲ ਸਾਡਾ ਇਹ ਹੈ ਕਿ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ, ਮਸ਼ੱਕਤ ਕਾਲ ਥਾਂ ਪੈਣੀ ਚਾਹੀਦੀ ਹੈ। ਇਹ ਮਸ਼ੱਕਤ ਆ ਕਿ ਜੀਵਨ ਜੀਣ ਦੀ ਇੱਕ ਮਸ਼ੱਕਤ ਕੀਤੀ, ਜਦੋਂ ਪਿੱਛੇ ਮੁੜ ਕੇ ਦੇਖੇ ਕਿ ਸਫਲੀ ਹੋਈ, ਸ਼ੁਕਰ ਹੈ ਦਾਤਾ। ਸਭ ਕਹਿੰਦੇ ਇਹ ਕੰਮ ਨਹੀਂ ਹੋ ਪਾਏਗਾ ਜੇ ਕੂੜ 'ਚ ਲੱਗੇ ਰਹੇ। ਆਪ ਡੁੱਬੇ ਸਗਲੇ ਕੁੱਲ ਡੋਬੇ, ਆਪ ਤੇ ਡੁੱਬੇ ਡੁੱਬੇ ਕੁੱਲਾਂ ਦੀਆਂ ਕੁੱਲਾਂ ਡੋਬ ਦਿੱਤੀਆਂ। ਮਾੜੀਆਂ ਆਦਤਾਂ ਲੌਂਗ ਰਨ ਦੇ 'ਚ ਮਤ ਜਾਣੋ ਕਿ ਇੱਕ ਜਗ੍ਹਾ ਤੇ ਖਤਮ ਹੋ ਗਈਆਂ, ਇਹ ਇਫੈਕਟ ਪਾਉਂਦੀਆਂ ਪੀੜ੍ਹੀ ਦਰ ਪੀੜ੍ਹੀ ਲਗਾਤਾਰ। ਅਸੀਂ ਐਡਿਕਸ਼ਨ 'ਚ ਕੰਮ ਕਰਦੇ, ਪੁੱਛੀਏ ਕੋਈ ਐਡਿਕਸ਼ਨ 'ਚ ਆ ਰਿਹਾ, ਅੱਛਾ ਪਿੱਛੇ ਦੇਖੇ ਦਾਦਾ ਜੀ ਸੀਗੇ, ਪਿੱਛੇ ਦੇਖੀਏ ਪੜਦਾਦਾ ਸੀ, ਚਾਚਾ ਸੀ, ਮਾਮਾ ਸੀ, ਨਾਨਾ ਸੀ, ਉਹ ਹੱਦ ਹੋ ਗਈ, ਪੀੜ੍ਹੀਆਂ ਤੁਰੀਆਂ ਆਉਂਦੀਆਂ ਇਸ ਰੂਪ ਦੇ। ਸਭ ਬਿਆਨ ਕਰਦੇ ਆਪ ਡੁੱਬੇ ਸਗਲੇ ਕੁੱਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਕੂੜ ਸਿਰਫ ਬੋਲ ਬਾਣੀ 'ਚ ਨਹੀਂ ਹੁੰਦਾ, ਇਹ ਜ਼ਹਿਰ ਖਾਣ ਦੀ ਤਰ੍ਹਾਂ ਹੈ ਨਮਿੰਦੇ, ਜੀਵਨ ਨੂੰ ਬਰਬਾਦ ਕਰ ਦਿੰਦਾ। ਅਗਲਾ ਬਚਨ ਹੈ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ। ਲਾਈਨ ਦੇਖੋ ਕਿਆ ਕਮਾਲ ਲਿਖੀ ਗੁਰੂ ਅਮਰਦਾਸ ਸਾਹਿਬ ਨੇ, ਕਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ। ਗੁਰਮੁਖ ਕਹਿ ਲੋ, ਗੁਰੂ ਵੱਲ ਮੂੰਹ ਕਰਨ ਦਾ ਮਤਲਬ ਹੈ ਸ਼ੀਸ਼ਾ। ਇੱਕ ਆਰਸੀ ਹੁੰਦੀ ਜਿਹੜਾ ਸਾਨੂੰ ਆਪਣਾ ਹੀ ਚਿਹਰਾ ਵਿਖਾਉਂਦੀ ਹੈ, ਇੱਕ ਆਰਸੀ ਹੁੰਦੀ ਹੈ ਸਾਡੇ ਚਿਹਰੇ ਦੇ ਪਿਛਲੇ ਚਿਹਰੇ ਨੂੰ ਵਿਖਾਉਂਦੀ ਹੈ। ਗੁਰੂ ਉਹ ਹੈ, ਗੁਰਬਾਣੀ ਉਹ ਹੈ। ਮੈਂ ਕਈ ਵਾਰੀ ਬੇਨਤੀ ਕਰਦਾ, ਆ ਕੈਮਰੇ ਲੱਗੇ ਨੇ ਸਾਡੇ, ਤੇ ਕੈਮਰੇ ਦੇ ਵਿੱਚ ਤੁਸੀਂ ਇੱਕੋ ਸਮੇਂ ਦੋ ਚੀਜ਼ਾਂ ਨੂੰ ਫੋਕਸ ਕਰੋਗੇ ਨਾ, ਜਿਵੇਂ ਮੇਰੇ ਪਿੱਛੇ ਇੱਕ ਸਕਰੀਨ ਹੈ ਤੇ ਇੱਕ ਮੈਂ ਆ, ਦੋਨਾਂ ਦੇ ਵਿੱਚੋਂ ਇੱਕ ਤੇ ਫੋਕਸ ਹੋਏਗਾ। ਜੇ ਦੋਨਾਂ ਨੂੰ ਫੋਕਸ ਕਰਨ ਦੀ ਟਰਾਈ ਕਰੋਗੇ, ਦੋਨੋਂ ਤਸਵੀਰਾਂ ਧੁੰਦਲੀਆਂ ਹੋ ਜਾਣਗੀਆਂ, ਇੱਕ ਸਾਫ਼ ਹੋ ਸਕਦੀ ਹੈ। ਪਰ ਇੱਕ ਮਨ ਦਾ ਕੈਮਰਾ ਐਸਾ ਆ, ਜਦੋਂ ਪਾਠ ਕਰਦੇ ਹਾਂ ਇਹਦੇ 'ਚ ਦੋ ਤਸਵੀਰਾਂ ਉੱਭਰਦੀਆਂ ਨੇ, ਇੱਕ ਜੋ ਮੈਨੂੰ ਹੋਣਾ ਚਾਹੀਦਾ, ਦੂਸਰਾ ਜੋ ਮੈਂ ਹਾਂ। ਗੁਰਬਾਣੀ ਦੋਵੇਂ ਵਿਖਾਉਂਦੀ ਹੈ। ਇਹ ਕਮਾਲ ਇਸ ਸ਼ੀਸ਼ੇ ਦੀ। ਇਹ ਆਰਸੀ ਐਸੀ ਹੈ, ਜੋ ਮੈਂ ਹਾਂ ਉਹ ਵੀ ਵਿਖਾਉਂਦੀ ਹੈ, ਜੋ ਮੈਨੂੰ ਹੋਣਾ ਚਾਹੀਦਾ ਉਹ ਵੀ ਵਿਖਾਉਂਦੀ ਹੈ। ਇਹੀ ਗੁਰਬਾਣੀ ਦੀ ਖਾਸੀਅਤ ਹੈ। ਸਭ ਕਹਿੰਦੇ ਇਹ ਚੀਜ਼ ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ, ਜਿਹਦਾ ਗੁਰੂ ਵੱਲ ਮੂੰਹ ਹੈ, ਜਿਹੜਾ ਗੁਰੂ ਰੂਪ ਸ਼ੀਸ਼ੇ ਨੂੰ ਯੂਜ਼ ਕਰਦਾ ਆ। ਭਾਏ ਭਗਤ ਜਾਂ ਹਉ ਮੈਂ ਸੁੱਖ ਹੈ, ਪਰ ਗੁਰੂ ਵੀ ਨਹੀਂ ਦਿਸਦਾ। ਆਹੀ ਗੱਲਾਂ ਨੇ, ਬੜੀਆਂ ਪਿਆਰੀਆਂ ਗੱਲਾਂ ਨੇ, ਗੁਰੂ ਦੇ ਹਜ਼ੂਰ ਬੈਠ ਕੇ ਕਰਦੇ ਆ। ਮਨ ਆਪਣਾ ਹੀ ਕਹਿਣਾ ਸ਼ੁਰੂ ਕਰਦੇ, ਮੇਰਾ ਹੀ ਮਨ ਕਹਿਣਾ ਸ਼ੁਰੂ ਕਰਦੇ, ਇਹ ਗੱਲਾਂ ਹੀ ਨੇ ਐਵੇਂ, ਕੁਛ ਨਹੀਂ ਹੈਗਾ। ਹਉਮੈ ਹੈ ਮਤਲਬ ਖੁਦ ਨਾਲ ਹੀ ਠੱਗੀ ਹੋ ਰਹੀ ਹੈ, ਚੀਟ ਹੋ ਰਿਹਾ, ਹੁਣ ਚੀਟਿੰਗ ਹੋ ਰਹੀ ਮੇਰੇ ਨਾਲ। ਇਹ ਅਲਾਮਤ ਜਿਹੜੀ ਹੈ, ਇਹ ਗੁਰੂ ਕੋਲ ਬੈਠੇ ਨੂੰ ਵੀ ਬਹਿਣ ਨਹੀਂ ਦਿੰਦੀ। ਇਹ ਆਰਸੀ ਵਹਿੰਦਿਆਂ ਹੋਇਆਂ ਵੀ ਜੀਵਨ ਸੁਧਰਨ ਨਹੀਂ ਦਿੰਦੀ। ਇਸ ਨੂੰ ਸਾਹਿਬ ਨੇ ਕਿਹਾ ਕੀ ਕਹਾ ਭਾਈ, ਭਾਏ ਭਗਤ ਜਾਂ ਹਉਮੈ ਸੁਖ। ਭਾਵਨੀ ਭਗਤ, ਕੁਝ ਭਾਵਨਾ ਬਣ ਜਾਏ ਅੰਦਰ। ਮੇਰੇ ਗੁਰੂ ਨੇ ਕਿਹਾ ਸੱਚ ਹੈ, ਮੇਰੇ ਗੁਰੂ ਦਾ ਹੁਕਮ ਹੈ ਸੱਚ ਹੈ, ਇਹ ਬਾਤ ਆ ਜਾਏ। ਅਗਲਾ ਵਾਕਿਆ ਸਭ ਕਹਿੰਦੇ ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ। ਵੱਡੇ ਵੱਡੇ ਸਿੱਧ ਸਾਧਕ ਮੋਨ ਧਾਰੀ। ਅੱਜ ਕੱਲ੍ਹ ਬਹੁਤ ਇਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਸ਼ਾਇਦ
कि जिहड़ी साइलेंट प्रैक्टिसिंग दी एक्सरसाइज हुंदी है, जिहड़ी खास करके वो विपासना वगैरह जिहड़ा कराउंदे ने, सारा लोग अक्सर बहुत करदे ते बड़े बड़े कैंप लगदे। आई हैव बीन इन दोज कैंप्स टू। तो उत्थे सब मैं देखदा ये सब कुछ हुंदी मजमेकारी सारी, तो बंदे नूं बहुत बंदे लोग कहंदे बड़ा रिलैक्स फील होया, आ हो गया आ हो गया। बाबा जी कहंदे करी जाओ। आ बचन है सिद्ध साधिक मोन धारी रहे लिव लाए, तिन पी तन मैं मन ना दिखावणिया। मन इतना कजाक इस तन दे विच फिर भी पकड़े च ना आउंदा, ते बंदा ओदा फिर विक्टम बन जांदा, फिर जीवन दी एनर्जी उस पासे लगांदा जिधर नहीं लानी चाहिए। अगला वचन है, सब कहते आप कराए करता सोई। बाकी अरदास है करते तू बनाउण वाला है, साजन वाला है। मैं कौन होना दुनिया बनाउण ते सवारन विच अपने आप नूं लाउण वाला। मैं तो कुछ भी नहीं बना सकता, तू ही बनाया। जे तू बनाया है ते चलाण वास्ते समझ भी तू ही दे मैनूं। ये अरदास है। इत्थे बचन आया आप कराए करता सोई, होर के करे कीते क्या होई। होर उहदी जिहड़ी कीती हो किरत आ ये की कर सकदी है, जो करना है तू ही करना है। ये भगती है, ये डेडिकेशन है। भगत इस रूप में आ जाता, मालक करन कराउण वाला तू है। क्या होर के करे कीते क्या होई, नानक जिस नाम देवै सो लेवै। ये सच है, नाम तेरे घर दी दात है। जिवें असीं बचन पढ़दे दाती साहिब संदियां क्या चलै तिस नाल, एक जागंदे ना लहन एक ना सुत्तियां दे उठाल। देण ते आवें तू सुत्ते नूं जगा के भी झोली पा दे। इस करके मालक तेरे अगे अरदास है कि नानक जिस नाम देवै सो लेवै, ते सच ये नामो मन वसावणिया। ते नाम दे नाल ही मन दे विच वो वसदा है जिहदे वसण दे नाल नाम, जिहदे वसण दे नाल मन तू जोत स्वरूप है, वो जोत स्वरूप हो जाता है। गुरु अमरदास साहब इन्हां उपदेशां नूं साडी झोली पाउंदे। बख्शिश होए गुरु वरते, गुरु की जुगत वरते ये बचन साडी जीवन जाच दा, साडी तर्जे जिंदगी दा, साडी वे ऑफ लाइफ दा हिस्सा बन जाए। ये दिली अरदास है। इन्नियां क बिनतियां नाल खिमा भाई साहब समुची समाप्ति कराउणगे। मैनूं इजाजत देनी, कह देना जी। वाहिगुरू जी का खालसा, वाहिगुरू जी की फतेह।